Hello my dear students, this is Kiran Bhatharu, working as SST Mistress at Government Middle School Kasimpur Shina of District Mansa. First of all, I welcome you all on your own YouTube channel, Your Classroom at Home. As you know, we are making video lessons for the classes of 3rd to 8th, and these video lessons are for the subjects of Maths, English and SST. Kindly subscribe our YouTube channel and press the bell icon to get more notification. Thank you so much. Have a nice day. Hello my dear students. How are you all? Hope you all are good. Yes dear students. You know we have already completed your Essay 1 syllabus. All 10 chapters from Geography, History and Civics. And if you haven't watched those video lessons, then watch them. And today we will start your lesson number 4, how maps help us. Okay, so इस तो पहला ਆਪਾਂ Essay 1 ਦੇ ਸਾਰੇ ਚੈਪਟਰਸ ਆਲਰੇਡੀ ਕਰ ਚੁੱਕੇ ਹਾਂ, 10 ਚੈਪਟਰਸ। ਠੀਕ ਹੈ, ਇੰਗਲਿਸ਼ ਮੀਡੀਅਮ ਦੇ ਟਰਾਂਸਲੇਟ ਕੀਤੇ ਹੋਏ ਆ। ਉਹ ਦੋਨੋਂ ਮੀਡੀਅਮਸ ਵਾਲੇ ਬੱਚਿਆਂ ਦੇ ਲਈ ਹੈਗੇ ਆ, ਕਿਉਂਕਿ ਜਿਨ੍ਹਾਂ ਕੋਲ ਇੰਗਲਿਸ਼ ਮੀਡੀਅਮ ਹੈ ਉਹ ਬੱਚੇ ਵੀ ਦੇਖ ਸਕਦੇ ਆ ਤੇ ਜਿਨ੍ਹਾਂ ਕੋਲ ਪੰਜਾਬੀ ਮੀਡੀਅਮ ਹੈ ਉਹ ਵਾਲੇ ਬੱਚੇ ਵੀ ਦੇਖ ਸਕਦੇ ਆ। ਠੀਕ ਹੈ, ਸੋ ਜੇ ਤੁਸੀਂ ਉਹ ਵੀਡੀਓ ਲੈਸਨਸ ਨਹੀਂ ਦੇਖੇ ਪਹਿਲਾਂ ਤੁਸੀਂ ਉਹ ਦੇਖ ਲਓ। ਤੇ ਨੈਕਸਟ ਅੱਜ ਆਪਾਂ ਨੈਕਸਟ ਚੈਪਟਰ ਸਟਾਰਟ ਕਰ ਰਹੇ ਹਾਂ, ਹਾਊ ਮੈਪਸ ਹੈਲਪ ਅਸ। ਨਕਸ਼ੇ ਸਾਡੀ ਕਿਵੇਂ ਹੈਲਪ ਕਰਦੇ ਹਨ। ਠੀਕ ਹੈ, ਹਾਂਜੀ। ਜਿਓਗ੍ਰਾਫੀ ਇਜ਼ ਦ ਸਾਇੰਸ ਵਿਚ ਡੀਲਸ ਵਿਦ ਦ ਅਰਥ, ਇਟਸ ਸਰਾਊਂਡਿੰਗਸ ਐਂਡ ਦ ਪੀਪਲ ਹੂ ਲਿਵ ਔਨ ਦ ਅਰਥ। ਜਿਓਗ੍ਰਾਫੀ ਉਹ ਵਿਗਿਆਨ ਹੈ ਜਾਂ ਉਹ ਸਾਇੰਸ ਹੈ ਜਿਹੜੀ ਕਿ ਧਰਤੀ, ਇਸ ਦੇ ਆਲੇ ਦੁਆਲੇ, ਇੱਥੋਂ ਦੇ ਲੋਕ ਜੋ ਵੀ ਧਰਤੀ ਉੱਤੇ ਰਹਿੰਦੇ ਆ, ਠੀਕ ਹੈ, ਉਹਨਾਂ ਸੰਬੰਧੀ ਸਾਨੂੰ ਜਾਣਕਾਰੀ ਦਿੰਦੀ ਹੈ। ਮੈਪ ਆਫ ਅ ਰੀਜਨ ਇਜ਼ ਅਸੈਂਸ਼ੀਅਲ ਫॉर ਦ ਸਟੱਡੀ ਆਫ ਦੈਟ ਪਰਟੀਕੂਲਰ ਰੀਜਨ। ਹਾਂਜੀ, ਤੇ ਕਿਸੇ ਵੀ ਖੇਤਰ ਦੇ ਬਾਰੇ ਜਾਣਕਾਰੀ ਜੇ ਆਪਾਂ ਪ੍ਰਾਪਤ ਕਰਨੀ ਆ, ਕਿਸੇ ਵੀ ਖੇਤਰ ਬਾਰੇ ਆਪਾਂ ਜਾਣਨਾ ਆ, ਤਾਂ ਆਪਾਂ ਨੂੰ ਉਸ ਖੇਤਰ ਦੇ ਮੈਪ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਮੈਪਸ ਗਾਈਡ ਅਸ ਟੂ ਅੰਡਰਸਟੈਂਡ ਅ ਲੋਕੈਲਿਟੀ, ਅ ਕੰਟਰੀ ਔਰ ਅ ਕੌਂਟੀਨੈਂਟ। ਤੇ ਮੈਪਸ ਸਾਨੂੰ ਗਾਈਡ ਕਰਦੇ ਆ, ਸਾਨੂੰ ਦੱਸਦੇ ਆ ਕਿਸੇ ਵੀ ਸਥਾਨ ਦੇ ਬਾਰੇ, ਕਿਸੇ ਦੇਸ਼ ਦੇ ਬਾਰੇ ਜਾਂ ਕਿਸੇ ਮਹਾਦੀਪ ਦੇ ਬਾਰੇ। ਠੀਕ ਹੈ, ਈਵਨ ਇਨ ਡੇ ਟੂ ਡੇ ਲਾਈਫ ਵੈਨ ਵੀ ਟਰਾਈ ਟੂ ਲੋਕੇਟ ਐਨ ਐਡਰੈਸ, ਅ ਰਫਲੀ ਡਰਾਨ ਸਕੈਚ ਔਰ ਪਲਾਨ ਵਿਲ ਹੈਲਪ ਅਸ ਟੂ ਫਾਈਂਡ ਆਊਟ ਦ ਪਲੇਸ ਮੋਰ ਈਜ਼ੀਲੀ। ਹਾਂਜੀ, ਸਾਨੂੰ ਆਮ ਵੀ ਆਪਣੀ ਲਾਈਫ ਦੇ ਵਿੱਚ ਜਦੋਂ ਆਪਾਂ ਕੋਈ ਐਡਰੈਸ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜੇ ਆਪਾਂ ਪਹਿਲਾਂ ਇੱਕ ਕੱਚਾ ਪੱਕਾ ਜਿਹਾ ਕੋਈ ਪਲਾਨ ਜਾਂ ਰਫਲੀ ਸਕੈਚ ਬਣਾ ਲੈਂਦੇ ਹਾਂ ਤਾਂ ਆਪਾਂ ਉਸ ਜਗ੍ਹਾ ਨੂੰ ਆਸਾਨੀ ਨਾਲ ਲੱਭ ਲੈਂਦੇ ਹਾਂ। ਮੈਨੀ ਬਿਗ ਸਿਟੀਜ਼ ਹੈਵ ਗਾਈਡ ਮੈਪਸ ਡਿਸਪਲੇਡ ਐਟ ਇੰਪੋਰਟੈਂਟ ਕੋਰਨਰਸ। ਅਤੇ ਕਈ ਬਹੁਤ ਵੱਡੇ ਵੱਡੇ ਜਿਹੜੇ ਸ਼ਹਿਰ ਆ ਉਹਨਾਂ ਦੇ ਅਲੱਗ-ਅਲੱਗ ਥਾਵਾਂ ਦੇ ਉੱਪਰ ਉਹਨਾਂ ਨੇ ਇੱਕ ਗਾਈਡ ਮੈਪਸ ਆਪਣੇ ਸਿਟੀਜ਼ ਦੇ ਬਣਾ ਕੇ ਲਗਾਏ ਹੁੰਦੇ ਆ। ਦੇ ਹੈਲਪ ਦ ਪੀਪਲ ਟੂ ਮੂਵ ਇਨ ਦ ਕਰੈਕਟ ਡਾਇਰੈਕਸ਼ਨ। ਅਤੇ ਜਿਹੜੇ ਕਿ ਲੋਕਾਂ ਨੂੰ ਸਹੀ ਦਿਸ਼ਾ ਵੱਲ ਜਾਣ ਦੇ ਲਈ ਹੈਲਪ ਕਰਦੇ ਆ। In the same manner, the study of geography is made easier with the aid of maps। ਤੇ ਇਸੇ ਤਰ੍ਹਾਂ ਮੈਪਸ ਦੀ ਸਹਾਇਤਾ ਦੇ ਨਾਲ ਜਿਓਗ੍ਰਾਫੀ ਦੀ ਸਟੱਡੀ ਕਰਨੀ ਵੀ ਈਜ਼ੀ ਹੋ ਜਾਂਦੀ ਆ। We know that the earth is spherical in। ਹਾਂਜੀ, ਸਾਨੂੰ ਪਤਾ ਹੀ ਆ ਕਿ ਧਰਤੀ ਦਾ ਆਕਾਰ ਇੱਕ ਗੇਂਦ ਦੀ ਤਰ੍ਹਾਂ ਹੈ। A true representation of the earth or a model of the earth is called a globe, as you have already studied in the previous chapter। ਹਾਂਜੀ, ਜਿਸ ਤਰ੍ਹਾਂ ਤੁਸੀਂ ਪਿਛਲੇ ਚੈਪਟਰ 'ਚ ਪੜ੍ਹ ਕੇ ਆਏ ਆ ਕਿ ਧਰਤੀ ਦਾ ਸਹੀ ਜਿਹੜਾ ਰੂਪ ਹੈਗਾ ਜਾਂ ਹੂ ਜਿਹੜਾ ਮਾਡਲ ਹੈਗਾ ਉਹਨੂੰ ਆਪਾਂ ਗਲੋਬ ਕਹਿ ਦਿੰਦੇ ਹਾਂ। ਮੈਪਸ ਆਰ ਯੂਜ਼ਡ ਫॉर ਸਟੱਡੀ ਪਰਪਸਿਸ ਇਨ ਕਲਾਸਰੂਮ ਲੈਕਚਰਸ ਬਿਕਾਜ਼ ਥੀਸ ਆਰ ਕਨਵੀਨੀਐਂਟ ਟੂ ਹੈਂਡਲ। ਅਤੇ ਜਦੋਂ ਕਲਾਸ ਦੇ ਵਿੱਚ ਸਟੱਡੀ ਕਰਵਾਈ ਜਾਂਦੀ ਆ, ਪੜ੍ਹਾਇਆ ਜਾਂਦਾ ਆ, ਤਾਂ ਉਦੋਂ ਇਹਨਾਂ ਦੀ ਹੈਲਪ ਲਈ ਜਾਂਦੀ ਆ ਕਿਉਂਕਿ ਇਹ ਲਿਜਾਣੇ ਈਜ਼ੀ ਹੁੰਦੇ ਆ। ਠੀਕ ਹੈ, ਮੈਪਸ ਜਿਹੜੇ ਆ ਕਲਾਸ ਦੇ ਵਿੱਚ ਲੈ ਕੇ ਜਾਣੇ ਸੌਖੇ ਹੁੰਦੇ ਆ। ਅ ਮੈਪ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਦ ਅਰਥ ਔਰ ਅ ਪੋਰਸ਼ਨ ਆਫ ਇਟ ਡਰਾਨ ਟੂ ਅ ਸਕੇਲ ਔਨ ਫਲੈਟ ਸਰਫੇਸ। ਹਾਂਜੀ, ਨਕਸ਼ੇ ਜਿਹੜੇ ਹੁੰਦੇ ਆ ਉਹ ਪੂਰੀ ਧਰਤੀ ਜਾਂ ਇਹਦੇ ਕੁਝ ਕੁ ਪਾਰਟ ਦਾ ਪੈਮਾਨੇ ਦੇ ਅਨੁਸਾਰ ਇੱਕ ਪੱਧਰੀ ਸਤ੍ਹਾ ਦੇ ਉੱਤੇ ਖਿੱਚਿਆ ਗਿਆ ਰੂਪ ਹੁੰਦਾ ਆ। ਠੀਕ ਹੈ, ਇਹ ਡੈਫੀਨੇਸ਼ਨ ਹੋ ਗਈ ਮੈਪ ਦੀ। ਠੀਕ ਹੈ, ਮੈਪ ਇਜ਼ ਅ ਰਿਪਰੈਜ਼ੈਂਟੇਸ਼ਨ ਆਫ ਦ ਅਰਥ ਔਰ ਪੋਰਸ਼ਨ ਆਫ ਇਟ ਡਰਾਨ ਟੂ ਅ ਸਕੇਲ ਔਨ ਫਲੈਟ ਸਰਫੇਸ। ਹਾਂਜੀ, ਨੈਕਸਟ ਇੱਧਰ ਦੇਖੋ, ਕੰਪਸ। ਠੀਕ ਹੈ, ਦਿਸ਼ਾ ਸੂਚਕ ਯੰਤਰ ਜਾਂ ਚੁੰਬਕੀ ਕੰਪਾਸ ਆਪਾਂ ਕਹਿ ਦਿੰਦੇ ਹਾਂ, ਉਹਦੀ ਹੈਲਪ ਦੇ ਨਾਲ ਦਿਖਾਇਆ ਗਿਆ। ਅਤੇ ਇੱਧਰਲੀ ਸਾਈਡ 'ਤੇ ਕੋਆਰਡੀਨਲ ਪੁਆਇੰਟਸ ਜਾਂ ਮੁੱਖ ਦਿਸ਼ਾਵਾਂ, ਠੀਕ ਹੈ, ਨੌਰਥ, ਸਾਊਥ, ਵੈਸਟ ਔਰ ਈਸਟ, ਇਹ ਦਿਖਾਈਆਂ ਗਈਆਂ
हाँ जी, हाउ डू मैप्स हेल्प अस। हाँ जी, हुण साडी मैप्स किवें हेल्प करदे आ। मैप्स आर इंडिस्पेंसिबल इन आवर मॉडर्न लाइफ। साडी आधुनिक जिंदगी दे विच मैप्स बहुत जरूरी हुंदे आ। द पोजीशन ऑफ द प्लेसिस आर शोन इन द मैप्स इन रिलेशन टू लैटीट्यूड एंड लॉन्गिट्यूड। इन्हां दी सहायता दे नाल आपां नूं किसी भी जगह दी जिहड़ी स्थिति आ ओह दिशांतर जां अक्षांशां दी सहायता दे नाल पता लग जांदी है। With the help of the maps, the distance of one place to another, difference of time and location of a place can be easily located। ਤੇ ਇਹਦੀ ਹੈਲਪ ਦੇ ਨਾਲ, ਮੈਪਸ ਦੀ ਹੈਲਪ ਦੇ ਨਾਲ ਆਪਾਂ ਇੱਕ ਜਗ੍ਹਾ ਤੋਂ ਦੂਸਰੇ ਸਥਾਨ ਦੀ ਦੂਰੀ ਜਾਂ ਉਹਨਾਂ ਦੇ ਵਿੱਚ ਟਾਈਮ ਦਾ ਕਿੰਨਾ ਕੁ ਡਿਫਰੈਂਸ ਹੈਗਾ ਆ ਜਾਂ ਫਿਰ ਉਹ ਜਗ੍ਹਾ ਕਿੱਥੇ ਸਥਿਤ ਹੈ ਉਹਦੇ ਬਾਰੇ ਆਪਾਂ ਬਹੁਤ ਈਜ਼ੀਲੀ ਪਤਾ ਲਗਾ ਲੈਂਦੇ ਹਾਂ। ਦ ਟ੍ਰੇਡ ਸੈਂਟਰਸ, ਰੂਟਸ, slope of the land, rivers, physical features etc. can also be easily located। ਤੇ ਜਿਹੜੇ ਵਪਾਰਕ ਕੇਂਦਰ ਹੁੰਦੇ ਆ ਜਾਂ ਸੜਕਾਂ, ਰੇਲ ਮਾਰਗ ਹੁੰਦੇ ਆ, ਹੈ ਨਾ, ਜਾਂ ਫਿਰ ਜ਼ਮੀਨ ਦੀ ਢਲਾਣ, ਸਲੋਪ ਜਿਹੜੀ ਹੁੰਦੀ ਆ ਲੈਂਡ ਦੀ, ਜਾਂ ਫਿਰ ਦਰਿਆ, ਜਾਂ ਫਿਰ ਕੋਈ ਵੀ ਭੌਤਿਕ ਵਿਸ਼ੇਸ਼ਤਾਵਾਂ ਕਿਸੇ ਵੀ ਤਰ੍ਹਾਂ ਦੀਆਂ, ਉਹਨਾਂ ਨੂੰ ਆਪਾਂ ਮੈਪਸ ਦੀ ਹੈਲਪ ਦੇ ਨਾਲ ਈਜ਼ੀਲੀ ਲੱਭ ਲੈਂਦੇ ਆ। ਦ ਗਵਰਨਮੈਂਟ ਨੀਡਸ ਮੈਪਸ ਫॉर ਐਡਮਿਨਿਸਟ੍ਰੇਟਿਵ ਪਰਪਸ। ਤੇ ਸਰਕਾਰ ਨੂੰ ਵੀ शासन प्रबंध चलाने लिए मैप्स की जरूरत होंगी है। मैप्स गाइड द ट्रैवलर्स एंड और ऑल्सो यूजफुल फॉर द आर्मी। तो यात्रियों के लिए भी मैप्स जरूरी होंगे, उन्होंने गाइड करते हैं। तो यह आर्मी के लिए मीनस फौज के लिए भी बहुत महत्वपूर्ण होंगे। दे आर द टूल्स यूज्ड फॉर लर्निंग द डिफरेंट आसपैक्ट्स ऑफ जियोग्राफी। तो ये महत्वपूर्ण टूल्स होंगे। तो ये भूगोल के ਵੱਖ-ਵੱਖ पक्षों का अध्ययन करना ईजी हो जाता है जी। नैक्सट है डिफरेंट टाइप्स ऑफ मैप्स। हुण जिहड़े मैप्स आ उन्हां दियां भी कई किस्मां आ, क्योंकि उन्हां दे यूज़ अलग अलग है, है ना। किस परपज़ लिए आपां किहड़ा मैप यूज़ करना, इसलिए उन्हां दियां टाइप्स भी अलग अलग हैगियां। ड्यू टू देयर वेरीड यूज़ मैप्स आर ऑफ वेरीअस काइंड्स। क्योंकि इन्हां दे जिहड़े यूज़ है वो अलग अलग है, इसलिए इन्हां दियां किस्मां भी अलग अलग हैगियां। मैनी टाइप्स ऑफ मैप्स आर ड्रॉन अकॉर्डिंग टू द पर्पज़ ऑफ स्टडी। फिजिकल मैप्स, पॉलिटिकल मैप्स, डिस्ट्रीब्यूशनल मैप, टोपोग्राफिकल मैप्स, एटलस और थीमैटिक मैप्स एटसैट्रा। हाँ जी, आ सारे मैप्स के नेम लिखे हुए, टाइप्स लिखी हुई हैं। अगे आप देखते हैं कि ये किस तरह की होंगे। हाँ जी, सब तो पहला है फिजिकल मैप्स। द रिलीफ फीचर्स ऑफ अ कॉन्टिनेंट और अ कंट्री दैट इज़ द माउंटेन्स, प्लेट्यूज, प्लेन्स एटसैट्रा आर शोन इन अ फिजिकल मैप। हाँ जी, हुण जिहड़े भी अपने किसी भी महाद्वीप या किसी देश के जिहड़े भौतिक विशेषतावां होंदियां जां भौतिक लक्षण होंदे आ, उनके उत्थों के पहाड़ किस तरह के आ, उत्थे पठार किस तरह के आ, जां फिर मैदान, ये सारा कुछ आपां नूं फिजिकल मैप के उपर ही दिखाया गया होंदा है। डिफरेंट कलर्स आर यूज टू शो द रिलीफ फीचर्स। ते धरातल के अलग अलग जिहड़ियां विशेषतावां है उन्हां नूं दिखाउण दे लई कई कलर्स की वरतों की जाती है। फिजिकल मैप्स आर ऑल्सो कॉल्ड रिलीफ मैप्स। तो इन्हां नूं फिजिकल मैप्स नूं रिलीफ मैप्स भी कहा जाता है, जां धरातली नक्शे भी कहा जाता है। ठीक है। नैक्सट आ गए हिस्टोरिकल मैप्स। मैप्स आर ऑल्सो यूज टू एक्सप्लेन हिस्टोरिकल इवेंट्स सच एज वॉर, स्प्रैड ऑफ अ सिविलाइजेशन और एन इंपोर्टेंट वॉयज। हाँ जी, हुण इतिहासिक जिहड़े मैप्स होंदे आ, नक्शे होंदे आ, ਉਹ किस चीज़ ਲਈ ਜ਼ਰੂਰਤ ਪੈਂਦੀ ਉਹਨਾਂ ਦੀ, ਕਿਉਂਕਿ ਇਹ ਸਾਨੂੰ ਪਹਿਲਾਂ ਦੀਆਂ ਇਤਿਹਾਸਿਕ ਘਟਨਾਵਾਂ ਬਾਰੇ ਦੱਸਦੇ ਆ। ਕੋਈ ਯੁੱਧ ਹੋਇਆ ਉਹਨਾਂ ਬਾਰੇ ਦੱਸਦੇ ਆ, ਕੋਈ ਸੱਭਿਅਤਾਵਾਂ ਦਾ ਜਿਹੜੀ ਵਿਕਾਸ ਹੋਇਆ ਉਹਦੇ ਬਾਰੇ ਦੱਸਦੇ ਆ, ਜਾਂ ਫਿਰ ਕੋਈ ਮਹੱਤਵਪੂਰਨ ਯਾਤਰਾਵਾਂ, ਉਹ ਵੀ ਸਾਨੂੰ ਹਿਸਟੋਰੀਕਲ ਮੈਪਸ ਤੋਂ ਹੀ ਪਤਾ ਲੱਗਦਾ। ਠੀਕ ਹੈ। ਹਾਂਜੀ, ਨੈਕਸਟ ਆ ਗਿਆ ਡਿਸਟ੍ਰੀਬਿਊਸ਼ਨਲ ਮੈਪਸ। ਹਾਂਜੀ, ਹੁਣ ਵੰਡ ਸੰਬੰਧੀ ਨਕਸ਼ੇ ਕਿਹੜੇ ਹੁੰਦੇ ਆ। these maps show the destination of various commodities like crops, population, minerals etc. they are also referred to as commodity maps। हाँ जी, इन्हां नक्शों द्वारा आपां ਵੱਖ-ਵੱਖ फसलों, खनिजां, है ना, जनसंख्या आदि बारे पता लगता, उन्हां दी वंड बारे पता लगता कि किहड़ी जगह दे विच इहदी वंड किस तरीके दे नाल आ, जां कित्थे वध आ कित्थे घट आ, है ना। दे आर ऑल्सो रेफर टू एज कमोडिटी मैप्स। ते इन्हां नूं आपां कमोडिटी मैप्स जां वस्तु नक्शे भी कह दिंदे आ। नैक्सट आ गया टोपोग्राफिकल मैप्स। Such maps show natural features as well as man-made features like roads, railways etc. हाँ जी, हुण ये वाले जिहड़े मैप्स होंदे आ, ये कुदरती विशेषतावां जां कुदरती ते मनुख द्वारा बनाईयां जिहड़ियां आकृतियां आ, जिस तरह कोई रोड्स हो गई, रेलवे लाइनस हो गई, ठीक है, ये दिखाईयां जांदियां ने उपर। दे आर प्रिपेयर्ड बाय द सर्वे डिपार्टमेंट ऑफ ईच कंट्री। ते ये हरेक देश के सर्वे डिपार्टमेंट जां सर्वे विभाग द्वारा तैयार किए जाते हैं। दे आर हैल्पफुल फॉर टाउन प्लैनिंग
for the army and for various study purposes। ਤੇ ਇਹ ਕਿਸੇ ਵੀ ਦੇਸ਼ ਦੀ ਨਗਰ ਯੋਜਨਾ ਦੇ ਲਈ ਜਾਂ ਫੌਜ ਦੇ ਲਈ ਜਾਂ ਫਿਰ ਅਧਿਐਨ ਕਰਨ ਦੇ ਪਰਪਸ ਦੇ ਲਈ ਹੈਲਪਫੁਲ ਸਾਬਿਤ ਹੁੰਦੇ ਆ। ਨੈਕਸਟ ਆ ਗਿਆ ਐਟਲਸ ਜਾਂ ਥੀਮੈਟਿਕ ਮੈਪਸ। These are the small scale which give the details in a book form। They are easy to carry and are useful for students। हाँ जी, ਜਿਹੜੇ ਹੁਣ ਐਟਲਸ ਮੈਪ ਹੁੰਦੇ ਆ ਇਹ ਛੋਟੇ ਪੈਮਾਨੇ ਤੇ ਆਧਾਰਿਤ ਹੁੰਦੇ ਆ, ਇੱਕ ਬੁੱਕ ਦੀ ਫਾਰਮ 'ਚ ਹੁੰਦੇ ਆ, ਠੀਕ ਹੈ, ਇੱਕ ਬੁੱਕ ਦੇ ਵਿੱਚ ਹੀ ਹੁੰਦੇ ਆ ਇਹ, ਤੇ ਆਪਾਂ ਨੂੰ ਇਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਜਾਣੇ ਈਜ਼ੀ ਹੁੰਦੇ ਆ ਤੇ ਇਹ ਸਟੂਡੈਂਟਸ ਦੇ ਲਈ ਬਹੁਤ ਯੂਜ਼ਫੁਲ ਹੁੰਦੇ ਆ। ਨੈਕਸਟ ਆ ਗਏ ਐਸੈਂਸ਼ੀਅਲ ਕੰਪੋਨੈਂਟਸ ਆਫ ਮੈਪਸ। ਨਕਸ਼ਿਆਂ ਦੇ ਜ਼ਰੂਰੀ ਤੱਤ। ਡਿਸਟੈਂਸ, directions and conventional symbols are the three most essential components or the pillars of the maps। हाँ जी, ਹੁਣ ਜਿਹੜੀ ਆਪਾਂ ਇਹ ਉੱਪਰ ਤਾਂ ਟਾਈਪਸ ਰੀਡ ਕੀਤੀਆਂ ਸੀ ਅਲੱਗ-ਅਲੱਗ ਤਰ੍ਹਾਂ ਦੇ ਨਕਸ਼ਿਆਂ ਦੀਆਂ, ਹੁਣ ਹੈਗੇ ਆ ਕਿ ਨਕਸ਼ਿਆਂ ਦੇ ਜ਼ਰੂਰੀ ਤੱਤ ਕਿਹੜੇ-ਕਿਹੜੇ ਆ। ਡਿਸਟੈਂਸ ਹੋ ਗਿਆ, ਮੀਨਸ ਦੂਰੀ। ਡਾਇਰੈਕਸ਼ਨ, ਦਿਸ਼ਾ। ਐਂਡ ਕਨਵੈਨਸ਼ਨਲ ਸਿੰਬਲਸ ਮੀਨਸ ਪ੍ਰਮਾਣਿਕ ਚਿੰਨ੍ਹ। ਇਹ ਤਿੰਨੇ ਮੈਪਸ ਦੇ ਜ਼ਰੂਰੀ ਥੰਮ ਜਾਂ ਤੱਤ ਹੈਗੇ ਆ, ਠੀਕ ਹੈ। ਸਭ ਤੋਂ ਪਹਿਲਾਂ ਡਿਸਟੈਂਸ। ਦ ਡਿਸਟੈਂਸ ਇਜ਼ ਸ਼ੋਨ ਔਨ ਦ ਮੈਪ ਵਿਦ ਦ ਹੈਲਪ ਆਫ ਅ ਸਕੇਲ। ਤੇ ਜਿਹੜਾ ਡਿਸਟੈਂਸ ਆ, ਦੂਰੀ ਆ, ਉਹ ਨਕਸ਼ੇ ਦੇ ਉੱਪਰ ਪੈਮਾਨੇ ਦੇ ਆਧਾਰ ਤੇ ਦਿਖਾਈ ਜਾਂਦੀ ਆ, ਠੀਕ ਹੈ। ਸਕੇਲ ਮੀਨਸ ਪੈਮਾਨਾ। ਹੁਣ ਦੇਖ ਲਓ ਸਕੇਲ। ਵੀ ਮੀਨ ਅ ਮੈਜਰਿੰਗ ਲਾਈਨ ਔਨ ਅ ਮੈਪ ਵਿਚ ਹੈਲਪਸ ਅਸ ਟੂ ਫਾਈਂਡ ਕਰੈਕਟ ਡਿਸਟੈਂਸਿਸ ਬਿਟਵੀਨ ਵੇਰੀਅਸ ਪੁਆਇੰਟਸ ਔਨ ਦ ਮੈਪ। ਹਾਂਜੀ, ਹੁਣ ਪੈਮਾਨੇ ਦਾ ਮਤਲਬ ਕੀ ਹੁੰਦਾ ਕਿ ਇੱਕ ਮਿਣੀ ਹੋਈ ਰੇਖਾ, ਠੀਕ ਹੈ, ਮਿਣਤੀ ਰੇਖਾ ਜੋ ਨਕਸ਼ੇ ਦੇ ਉੱਪਰ ਦੋ ਸਥਾਨਾਂ ਦੀ ਜਿਹੜੀ ਆਪਸ ਦੀ ਦੂਰੀ ਆ, ਐਗਜ਼ੈਕਟ ਜਿਹੜੀ ਦੂਰੀ ਆ ਉਹਨੂੰ ਦਿਖਾਉਂਦੀ ਆ। In the scale there is always a proportion between the dimension of the map and the actual places they represent on the earth। ਤੇ ਧਰਤੀ ਤੇ ਦਿਖਾਈਆਂ ਗਈਆਂ ਥਾਵਾਂ ਦਾ ਤੇ ਨਕਸ਼ੇ ਤੇ ਦਿਖਾਈਆਂ ਗਈਆਂ ਥਾਵਾਂ ਦਾ ਜਿਹੜਾ ਨਾਪ ਹੁੰਦਾ, ਮੀਨਸ ਜਿਹੜੀ ਮੈਜ਼ਰਮੈਂਟ ਹੁੰਦੀ ਆ ਜਾਂ ਆਕਾਰ ਹੁੰਦਾ, ਉਹ ਇੱਕੋ ਹੀ ਅਨੁਪਾਤ ਦੇ ਵਿੱਚ ਹੁੰਦਾ, ਉਹ ਸੇਮ ਹੁੰਦਾ, ਠੀਕ ਹੈ। As for example, the scale given in figure 4.2 shows 1 centimeter is equal to 100 meter। ਜਿਸ ਤਰ੍ਹਾਂ ਕਿ ਨੀਚੇ ਐਗਜ਼ਾਮਪਲ ਦੇ ਵਿੱਚ ਦਿਖਾਇਆ ਗਿਆ ਹੈ 4.2 ਦੇ ਵਿੱਚ ਕਿ 1 ਸੈਂਟੀਮੀਟਰ ਦਾ ਮਤਲਬ 100 ਮੀਟਰਸ ਹੈ ਨਾ, which means 1 centimeter on the map is equal to 100 meters on the ground। ਤੇ ਇਹਦਾ ਮਤਲਬ ਕਿ ਧਰਤੀ ਤੇ ਅਸਲੀ ਨਾਪ ਜਿਹੜਾ ਉਹ 100 ਮੀਟਰ ਪੈਮਾਨੇ ਦੇ 1 ਇੰਚ ਦੇ ਬਰਾਬਰ ਹੁੰਦਾ ਹੈ। Maps can be drawn to any scale, that is a millimeter or a centimeter, to represent a kilometer or 1000 kilometer or even more। ਤੇ ਜਿਹੜਾ ਸਕੇਲ ਹੈਗਾ, ਪੈਮਾਨਾ ਹੈ, ਉਹ ਕਿਸੇ ਤਰ੍ਹਾਂ ਦਾ ਵੀ ਦਿਖਾਇਆ ਜਾ ਸਕਦਾ, ਚਾਹੇ 1 ਮਿਲੀਮੀਟਰ ਦਾ ਹੋਵੇ ਜਾਂ 1 ਸੈਂਟੀਮੀਟਰ ਦਾ ਜਾਂ 1000 ਕਿਲੋਮੀਟਰ ਦਾ ਜਾਂ ਫਿਰ ਇਸ ਤੋਂ ਵੀ ਜ਼ਿਆਦਾ। ਹਾਂਜੀ, ਨੈਕਸਟ ਇਜ਼ ਡਾਇਰੈਕਸ਼ਨਸ। ਲਾਈਕ ਡਿਸਟੈਂਸ, ਡਾਇਰੈਕਸ਼ਨ ਆਲਸੋ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਮੈਪਸ। ਹਾਂਜੀ, ਡਿਸਟੈਂਸ ਦੀ ਤਰ੍ਹਾਂ ਹੀ, ਦੂਰੀ ਦੀ ਤਰ੍ਹਾਂ ਹੀ ਡਾਇਰੈਕਸ਼ਨ ਜਿਹੜੀਆਂ ਹੁੰਦੀਆਂ, ਦਿਸ਼ਾਵਾਂ ਵੀ ਮੈਪਸ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀਆਂ। ਜਸਟ ਐਜ਼ ਡਾਇਰੈਕਸ਼ਨ ਆਰ ਸ਼ੋਨ ਔਨ ਦ ਮੈਪਸ ਵਿਦ ਦ ਹੈਲਪ ਆਫ ਐਰੋਜ਼। ਤੇ ਡਾਇਰੈਕਸ਼ਨ ਨੂੰ ਮੈਪ ਦੇ ਉੱਪਰ ਐਰੋਜ਼ ਦੇ ਨਾਲ ਦਿਖਾਇਆ ਜਾਂਦਾ ਹੈ, ਠੀਕ ਹੈ। ਫਿਗਰ 4.3 ਡਾਇਰੈਕਸ਼ਨਸ। ਆ ਦੇਖੋ, ਆ ਸਾਰੇ ਐਰੋਜ਼ ਬਣੇ ਹੋਏ ਆ ਸਾਈਡ ਤੇ, ਹੈ ਨਾ, ਤੇ ਇਹਨਾਂ ਐਰੋਜ਼ ਦੇ ਨਾਲ ਹੀ ਦਿਸ਼ਾਵਾਂ ਜਾਂ ਡਾਇਰੈਕਸ਼ਨਸ ਦਿਖਾਈਆਂ ਜਾਂਦੀਆਂ, ਠੀਕ ਹੈ। ਆ ਹੋ ਗਈ ਨਾਰਥ, ਸਾਊਥ, ਠੀਕ ਹੈ, ਵੈਸਟ, ਈਸਟ, ਇੱਥੇ ਨਾਰਥ ਈਸਟ, ਸਾਊਥ ਈਸਟ, ਸਾਊਥ ਵੈਸਟ, ਨਾਰਥ ਵੈਸਟ, ਠੀਕ ਹੈ। ਸੋ ਐਰੋ ਜਿਹੜੇ ਆ ਇਹ ਦਿਖਾ ਰਹੇ ਆ ਡਾਇਰੈਕਸ਼ਨਸ ਨੂੰ। ਨੈਕਸਟ ਇਜ਼ ਕਨਵੈਨਸ਼ਨਲ ਸਿੰਬਲਸ, ਪ੍ਰਮਾਣਿਕ ਚਿੰਨ੍ਹ। ਰੀਡ ਅ ਮੈਪ, ਦ ਨੌਲੇਜ ਆਫ ਦ ਸਾਈਨਸ ਐਂਡ ਸਿੰਬਲਸ ਇਜ਼ ਵੈਰੀ ਇੰਪੋਰਟੈਂਟ। ਹਾਂਜੀ, ਕਿਸੇ ਵੀ ਮੈਪ ਨੂੰ ਰੀਡ ਕਰਨ ਦੇ ਲਈ ਚਿੰਨ੍ਹਾਂ ਦੀ ਜਾਂ ਪ੍ਰਤੀਕਾਂ ਦੀ ਨੌਲੇਜ ਹੋਣੀ ਵੀ ਬਹੁਤ ਜ਼ਰੂਰੀ ਹੈਗੀ ਆ। ਦੀ ਸਾਈਨਸ ਵਿੱਚ ਸ਼ੋ ਡਿਟੇਲਸ ਔਨ ਮੈਪਸ ਆਰ ਕਾਲਡ ਕਨਵੈਨਸ਼ਨਲ ਸਿੰਬਲਸ। ਤੇ ਇਹੀ ਜਿਹੜੇ ਸਾਈਨ ਆ ਜਾਂ ਚਿੰਨ੍ਹ ਆ ਜਿਹੜੇ ਕਿ ਮੈਪਸ ਦੇ ਉੱਪਰ ਦਿਖਾਏ ਜਾਂਦੇ ਆ, ਡਿਟੇਲ ਦਿਖਾਉਂਦੇ ਆ, ਉਹਨਾਂ ਨੂੰ ਹੀ ਆਪਾਂ ਕਨਵੈਨਸ਼ਨਲ ਸਿੰਬਲਸ ਕਹਿ ਦਿੰਦੇ ਆ। These are pictorial representations used to show natural and man-made features। ਤੇ ਇਹ ਚਿੱਤਰਾਂ ਦੇ ਰੂਪ ਦੇ ਵਿੱਚ ਹੁੰਦੇ ਆ, ਠੀਕ। ਤੇ ਇਹ ਅਸੀਂ ਧਰਤੀ ਤੇ ਕੁਦਰਤੀ ਆਕ੍ਰਿਤੀਆਂ ਜਾਂ ਜਿਹੜੀਆਂ ਮਨੁੱਖ ਦੁਆਰਾ ਬਣਾਈਆਂ ਗਈਆਂ ਉਹਨਾਂ ਦਾ ਫਿਰ ਅਸੀਂ ਇਹਨਾਂ ਦੇ ਥਰੂ ਅਧਿਐਨ ਕਰਦੇ ਹਾਂ। They are prepared by the survey department of each country and are shown on topographical maps। ਤੇ ਇਹ ਹਰੇਕ ਦੇਸ਼ ਦੇ ਸਰਵੇ ਡਿਪਾਰਟਮੈਂਟ ਵੱਲੋਂ ਤਿਆਰ ਕੀਤੇ ਜਾਂਦੇ ਆ, ਟੋਪੋਗ੍ਰਾਫਿਕਲ ਮੈਪਸ ਦੇ ਦੁਆਰਾ ਦਿਖਾਏ ਜਾਂਦੇ ਆ। ਤੇ ਟੋਪੋਗ੍ਰਾਫਿਕਲ ਮੈਪਸ ਦੇ ਉੱਤੇ ਦਿਖਾਏ ਜਾਂਦੇ ਆ। They also help in making the drawing and study of a map
much quicker and easier. There is some sort of agreement all over the world regarding the use of certain symbol ਤੇ ਸਾਰੇ ਸੰਸਾਰ ਦੇ ਵਿੱਚ ਇਹ ਚਿੰਨ੍ਹ ਇੱਕੋ ਜਿਹੇ ਹੀ ਹੁੰਦੇ ਆ, ਠੀਕ ਹੈ, ਉਹਨਾਂ ਦੀ ਇਕਸਾਰਤਾ ਹੁੰਦੀ ਆ, ਠੀਕ ਹੈ। ਹਾਂਜੀ, ਹੁਣ ਇਹ ਕਨਵੈਨਸ਼ਨਲ ਸਿੰਬਲਸ ਹੈਗੇ ਆ, ਠੀਕ ਹੈ, ਇਹਨੂੰ ਤੁਸੀਂ ਯਾਦ ਕਰ ਲਿਓ। ਜਿਹੜੇ ਸਿੰਬਲਸ ਦਿੱਤੇ ਹੋਏ ਪ੍ਰਤੀਕ, ਪ੍ਰਮਾਣਿਕ ਚਿੰਨ੍ਹ, ਠੀਕ ਹੈ। ਬਾਉਂਡਰੀਜ਼ ਇੰਟਰਨੈਸ਼ਨਲ ਔਨ ਦ ਅਰਥ, ਫਿਰ ਔਨ ਦ ਓਸ਼ਨ, state union territories, population, capital of a country, capital of a state or union territory, district administrative area, other town, means of transport, international airways, railways, important railways, national roadways, railway tunnels, water symbols, glacier, marshy, coral reef, contours, rivers, canals, water pipelines, physiographical contour, desert, height of peak, spot height, oil and gas areas, oil pipelines, gas pipelines। ਆ ਸਾਹਮਣੇ ਸਾਰਿਆਂ ਦੇ ਸਿੰਬਲਸ ਸ਼ੋ ਕੀਤੇ ਹੋਏ ਆ, ਠੀਕ ਹੈ। ਹਾਂਜੀ, ਨੋਟ ਦ ਅਬਵ ਮੈਂਸ਼ਨਡ ਸਿੰਬਲਸ ਆਰ ਅਪਰੂਵਡ ਬਾਈ ਸਰਵੇ ਆਫ ਇੰਡੀਆ, ਕਿ ਜਿਹੜੇ ਉੱਪਰ ਦਿਖਾਏ ਗਏ ਸਿੰਬਲਸ ਹੈਗੇ ਆ ਉਹ ਭਾਰਤ ਦੇ ਸਰਵੇ ਡਿਪਾਰਟਮੈਂਟ ਦੁਆਰਾ ਅਪਰੂਵ ਕੀਤੇ ਗਏ ਆ। Besides distance, direction and conventional symbols, there are other components also, that is a title, key to explain symbols। ਤੇ distance, direction ਤੇ conventional symbols ਤੋਂ ਇਲਾਵਾ ਕੁਝ ਹੋਰ ਤੱਤ ਵੀ ਹੁੰਦੇ ਆ, ਜਿਵੇਂ ਕਿ ਨਕਸ਼ੇ ਦਾ ਸਿਰਲੇਖ ਜਾਂ ਟਾਈਟਲ ਤੇ ਨਕਸ਼ੇ ਦਾ ਸੰਕੇਤ, ਠੀਕ ਹੈ, ਸਿੰਬਲਸ। ਸਮਟਾਈਮਸ ਕਲਰਸ ਆਰ ਆਲਸੋ ਯੂਜ਼ਡ ਟੂ ਸ਼ੋ ਸਰਟਨ ਫਿਜ਼ੀਕਲ ਫੀਚਰਸ। ਤੇ ਕਈ ਵਾਰੀ ਨਕਸ਼ੇ ਬਣਾਉਣ ਦੇ ਲਈ ਜਦੋਂ ਆਪਾਂ ਕੋਈ ਭੌਤਿਕ ਸਥਾਨ ਨੂੰ ਦਿਖਾਉਣੇ ਹੁੰਦਾ ਤਾਂ ਉਦੋਂ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ, ਓਸ਼ਨਸ ਐਂਡ ਵਾਟਰ ਬੋਡੀਜ਼ ਆਰ ਸ਼ੋਨ ਇਨ ਬਲੂ ਕਲਰ, plains in green color, uplands in yellow and mountains in brown color. Likewise, snow on hills is shown by white color, ਠੀਕ ਹੈ। ਉਦਾਹਰਨ ਦੇ ਲਈ ਜਦੋਂ ਮਹਾਸਾਗਰ ਜਾਂ ਜਲ ਭੰਡਾਰ ਦਿਖਾਉਣੇ ਹੁੰਦੇ ਆ ਤਾਂ ਉਹ ਬਲੂ ਕਲਰ 'ਚ ਦਿਖਾਏ ਜਾਂਦੇ ਆ, ਜਦੋਂ ਮੈਦਾਨ ਦਿਖਾਉਣੇ ਆ ਤਾਂ ਗ੍ਰੀਨ ਕਲਰ 'ਚ ਦਿਖਾਏ ਜਾਂਦੇ ਆ, ਜਦੋਂ ਉੱਚੀਆਂ ਥਾਵਾਂ ਦਿਖਾਉਣੀਆਂ ਤਾਂ ਫਿਰ ਯੈਲੋ ਕਲਰ 'ਚ ਦਿਖਾਈ ਜਾਂਦੀਆਂ, ਅਤੇ ਜੇ ਮਾਊਂਟੇਨਸ ਦਿਖਾਉਣੇ ਆ ਤਾਂ ਬਰਾਊਨ ਕਲਰ 'ਚ, ਠੀਕ ਹੈ। ਇਸੇ ਤਰ੍ਹਾਂ ਤੇ ਜੇ ਪਹਾੜ ਬਰਫ਼ ਨਾਲ ਢਕੇ ਹੋਏ ਆ ਉਹਨਾਂ ਨੂੰ ਵਾਈਟ ਕਲਰ ਦੇ ਨਾਲ ਦਿਖਾਇਆ ਜਾਂਦਾ। ਹਾਊ ਟੂ ਸਟੱਡੀ ਅ ਮੈਪ, ਹੁਣ ਦੇਖਣਾ ਕਿ ਆਪਾਂ ਮੈਪ ਦੀ ਸਟੱਡੀ ਕਿਵੇਂ ਕਰੀਏ। ਦ ਮੈਪ ਇਜ਼ ਡਰਾਨ ਅਕੋਰਡਿੰਗ ਟੂ ਦ ਐਕਚੁਅਲ ਡਿਸਟੈਂਸ, ਡਾਇਰੈਕਸ਼ਨ ਐਂਡ ਅਦਰ ਫੀਚਰਸ ਆਫ ਐਨ ਏਰੀਆ ਔਨ ਦ ਅਰਥ। ਇਹ ਨਕਸ਼ਾ ਧਰਤੀ ਦੀ ਸਹੀ ਦੂਰੀ, ਦਿਸ਼ਾ ਅਤੇ ਹੋਰ ਵਿਸ਼ੇਸ਼ਤਾਵਾਂ ਦੇ ਅਨੁਸਾਰ ਹੀ ਤਿਆਰ ਕੀਤਾ ਜਾਂਦਾ। ਯੂ ਸੀ ਅ ਐਰੋ ਮਾਰਕ ਇਨ ਦਾ ਰਾਈਟ ਹੈਂਡ ਸਾਈਡ ਮਾਰਜਨ ਆਫ ਅ ਮੈਪ। ਤੁਸੀਂ ਜਿਹੜਾ ਮੈਪ ਦੀ ਰਾਈਟ ਹੈਂਡ ਸਾਈਡ ਦੇ ਉੱਪਰ ਇੱਕ ਐਰੋ ਦਾ ਸਾਈਨ ਦੇਖਦੇ ਹੋ। ਯੂ ਨੋ ਦਿਸ ਐਰੋ ਵਿਦ ਇਟਸ ਟਿਪ ਮਾਰਕਡ ਐਨ ਇਜ਼ ਕਾਲਡ ਦ ਨੌਰਥ। ਅਤੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਇਹਦੀ ਟਿਪ ਦੇ ਉੱਤੇ ਐਰੋ ਦਾ ਨਿਸ਼ਾਨ ਹੁੰਦਾ ਉੱਥੇ ਐਨ ਲਿਖਿਆ ਹੁੰਦਾ, ਇਹਦਾ ਮਤਲਬ ਕੀ ਆ, ਨੌਰਥ। ਇਟ ਵਿਲ ਇਨੇਬਲ ਯੂ ਟੂ ਫਾਈਂਡ ਦ ਅਦਰ ਡਾਇਰੈਕਸ਼ਨਸ ਔਨ ਦ ਮੈਪ, ਅਤੇ ਇਹਦੇ ਨਾਲ ਤੁਸੀਂ ਮੈਪ ਦੇ ਉੱਪਰ ਹੋਰ ਦਿਸ਼ਾਵਾਂ ਵੀ ਲੱਭ ਸਕੋਗੇ। ਸਮਟਾਈਮਸ ਇਨ ਅ ਮੈਪ ਦਿਸ ਨੌਰਥ ਲਾਈਨ ਇਜ਼ ਨੋਟ ਗਿਵਨ, ਅਤੇ ਕਈ ਵਾਰੀ ਨਕਸ਼ੇ ਦੇ ਉੱਪਰ ਨੌਰਥ ਲਾਈਨ ਨਹੀਂ ਦਿੱਤੀ ਹੁੰਦੀ। ਇਟ ਸ਼ੁੱਡ ਨੋਟ ਕਾਜ਼ ਐਨੀ ਕਨਫਿਊਜ਼ਨ ਔਰ ਡਿਫੀਕਲਟੀ ਬਿਕਾਜ਼ ਬਾਈ ਕਨਵੈਨਸ਼ਨ ਐਂਡ ਪ੍ਰੈਕਟਿਸ ਦ ਟੋਪ ਆਫ ਮੈਪ ਇਜ਼ ਆਲਵੇਜ਼ ਟੇਕਨ ਟੂ ਬੀ ਐਜ਼ ਨੌਰਥ। ਤਾਂ ਵੀ ਤੁਹਾਨੂੰ ਜੇ ਉੱਥੇ ਮਤਲਬ ਨਹੀਂ ਵੀ ਐਨ ਲਿਖਿਆ ਹੁੰਦਾ ਅਤੇ ਤਾਂ ਵੀ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਂਦਾ ਕਿ ਟੋਪ ਦੇ ਉੱਪਰ ਜਿਹੜਾ ਮੈਪ ਦੇ ਉੱਪਰ ਜਿਹੜਾ ਏਰੀਆ ਹੈਗਾ ਉਹ ਉੱਥੇ ਡਾਇਰੈਕਸ਼ਨ ਨੌਰਥ ਹੀ ਹੁੰਦੀ ਆ। ਵਿਦ ਦ ਹੈਲਪ ਆਫ ਨੌਰਥ ਲਾਈਨ ਯੂ ਕੈਨ ਟੈਲ ਦ ਡਾਇਰੈਕਸ਼ਨ ਆਫ ਯੂਰ ਸਟੇਟ, ਪੰਜਾਬ ਇਨ ਦ ਮੈਪ ਆਫ ਇੰਡੀਆ ਔਰ ਐਨੀ ਅਦਰ ਪਲੇਸ ਇਨ ਦ ਵਰਲਡ। ਅਤੇ ਨਕਸ਼ੇ ਦਾ ਜਿਹੜਾ ਉੱਪਰਲਾ ਹਿੱਸਾ ਕਿਉਂਕਿ ਉੱਤਰ ਵੱਲ ਹੀ ਹੁੰਦਾ, ਅਤੇ ਇਸੇ ਰੇਖਾ ਦੇ ਰਾਹੀਂ ਹੀ ਤੁਸੀਂ ਆਪਣਾ ਸਟੇਟ ਜਿਹੜੀ ਆ ਪੰਜਾਬ ਆ ਉਹਨੂੰ ਲੱਭ ਸਕਦੇ ਆ, ਅਤੇ ਜਾਂ ਫਿਰ ਤੁਸੀਂ ਦੁਨੀਆ ਦੀ ਕੋਈ ਵੀ ਪਲੇਸ ਆ ਉਹ ਵੀ ਨਕਸ਼ੇ ਉੱਤੋਂ ਦੇਖ ਸਕਦੇ ਆ। ਸੋ ਇਹ ਸੀ ਤੁਹਾਡਾ ਚੈਪਟਰ ਲੈਸਨ ਨੰਬਰ 4। ਧਿਆਨ ਦੇ ਨਾਲ ਇਹਨੂੰ ਰੀਡ ਕਰ ਲਿਓ, ਠੀਕ ਹੈ। ਅਤੇ ਜੇ ਤੁਹਾਨੂੰ ਵੀਡੀਓ ਲੈਸਨਸ ਵਧੀਆ ਲੱਗਦੇ ਆ ਤਾਂ ਤੁਸੀਂ ਆਪਣੇ ਫਰੈਂਡਸ ਦੇ ਨਾਲ ਇਹਨਾਂ ਨੂੰ ਸ਼ੇਅਰ ਕਰੋ। ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ। ਚੈਪਟਰ ਨੂੰ ਧਿਆਨ ਦੇ ਨਾਲ ਦੇਖ ਲਓ, ਠੀਕ ਹੈ। ਜੇ ਚੈਪਟਰ ਤੁਹਾਨੂੰ ਕਲੀਅਰ ਹੋ ਜਾਂਦਾ ਤਾਂ ਤੁਸੀਂ ਇਹਦੇ ਵਿੱਚੋਂ ਬਹੁਤ ਈਜ਼ੀਲੀ ਓਬਜੈਕਟਿਵ ਟਾਈਪ MCQs ਹੈ ਨਾ ਜਾਂ ਸ਼ੋਰਟ ਕੁਐਸਚਨਸ ਬਣਾ ਸਕਦੇ ਆ, ਠੀਕ ਹੈ। ਸੋ ਓਕੇ ਸਟੂਡੈਂਟਸ, stay home, stay safe and keep learning. Thank you so much.